ਹੈਲੋ ਨਰਸਿੰਗ ਆਫਿਸਰਸ, ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬ ਨਰਸਿੰਗ ਆਫਿਸਰ। ਸੋ ਚੱਲਦੇ ਹਾਂ ਆਪਾਂ ਅੱਜ ਦੇ ਕੁਐਸਚਨ ਦੀ ਤਰਫ। ਸਾਡਾ ਪਹਿਲਾ ਕੁਐਸਚਨ ਹੈ, ਵਿਚ ਸੈਟ ਆਫ ਪ੍ਰਿੰਸੀਪਲ ਮਸਟ ਬੀ ਬੈਲੈਂਸ ਟੂ ਸਰਟੇਨ that any risk involved in medical care and procedure is outweighed by benefit to the patient. Option A, autonomy and privacy. Option B, dignity and justice. Option C, beneficence and non-maleficence. Option D, ethics and beneficence. ਸਾਨੂੰ ਕੁਐਸਚਨ ਵਿੱਚ ਇਨਫੋਰਮੇਸ਼ਨ ਕੀ ਹੈ, ਰਿਸਕ ਤੇ ਬੈਨੀਫਿਟਸ। ਤੋਂ ਸਾਨੂੰ ਇਹਨਾਂ ਦੋ ਟਰਮਸ ਤੋਂ ਹੀ ਪਤਾ ਲੱਗਦਾ ਹੈ ਤੇ ਰਿਸਕ ਤੇ ਬੈਨੀਫਿਟ ਕਿਹੜੇ ਵਾਲੇ ਪ੍ਰਿੰਸੀਪਲ ਚ ਹੁੰਦੇ ਨੇ, ਬੈਨੀਫਿਸੈਂਸ ਚ ਹੁੰਦੇ ਨੇ ਤੇ ਨੋਨ ਮਾਲੀਫਿਸੈਂਸ ਰਿਲੇਟਡ ਟੂ ਨੋ ਰਿਸਕ ਟੂ ਦਾ ਪੇਸ਼ੈਂਟ ਔਰ ਨੋ ਹਾਰਮ ਟੂ ਦਾ ਪੇਸ਼ੈਂਟ। ਸੋ ਸਾਡੀ ਕਿਹੜੀ ਆਪਸ਼ਨ ਰਾਈਟ ਹੋਈ? ਆਪਸ਼ਨ ਸੀ ਇਜ਼ ਰਾਈਟ ਆਂਸਰ, ਬੈਨੀਫਿਸੈਂਸ ਐਂਡ ਨੋਨ ਮਾਲੀਫਿਸੈਂਸ। ਸੋ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਵਿਚ ਆਫ ਦਾ ਫੋਲੋਇੰਗ ਕਲਾਇੰਟ ਇਜ਼ ਹਾਈਐਸਟ ਰਿਸਕ ਫॉर pseudocyesis? Option A, client with lymphatic cancer. Option B, client with multiple miscarriages. Option C, client with celiac disease. Option D, client with grand multiparity. So pseudocyesis ਕੀ ਹੁੰਦਾ ਹੈ? pseudo means false and cysis means pregnancy. So patient ਨੂੰ pregnancy ਨਹੀਂ ਹੈ but sign and symptom of pregnancy ਹੈ। So ਇਹ ਕਿਹੜੇ patient ਵਿੱਚ ਹੋਏਗਾ? ਕਿਹੜੇ patient ਨੂੰ ਸਭ ਤੋਂ ਜ਼ਿਆਦਾ ਰਿਸਕ ਹੋਏਗਾ? Option B, ਜਿਸ ਪੇਸ਼ੈਂਟ ਦੇ ਮਲਟੀਪਲ ਮਿਸਕੈਰੇजेस ਹੋਣਗੇ। ਸੋ ਆਪਸ਼ਨ ਬੀ ਇਜ਼ ਰਾਈਟ ਆਂਸਰ। ਲਿੰਫੈਟਿਕ ਕੈਂਸਰ ਇਹਦਾ ਆਂਸਰ ਨਹੀਂ ਹੈ। ਤੇ ਸੀਲੀਅਕ ਡਿਜ਼ੀਜ਼ ਕੀ ਹੁੰਦਾ ਹੈ? ਜਿਸ ਪੇਸ਼ੈਂਟ ਨੂੰ ਗਲੂਟਨ ਤੋਂ ਅਲਰਜੀ ਹੋਵੇ। ਗਲੂਟਨ ਵਿੱਚ ਕਿਹੜੇ ਕਿਹੜੇ ਸਬਸਟੈਂਸਸ ਆਉਂਦੇ ਨੇ ਸਾਡੇ, ਆਪਾਂ ਇਹਨਾਂ ਨੂੰ ਕਿਵੇਂ ਯਾਦ ਰੱਖਣਾ ਹੈ? ਬਰੋ ਯਾਦ ਰੱਖਣਾ ਹੈ ਆਪਾਂ। ਬਰੋ ਮੀਨਸ ਬਾਰਲੇ ਮੀਨਸ ਜੌਂ, then R stand for rye and O stand for oat and W stand for wheat. So ਜਿਹੜੇ ਬਰੋ ਪ੍ਰੋਡਕਟ ਹੈ ਇਹ ਪੇਸ਼ੈਂਟ ਨੇ ਅਵੋਇਡ ਕਰਨੇ ਹੁੰਦੇ ਨੇ। ਨੈਕਸਟ ਕੀ ਹੈ ਸਾਡਾ? ਗ੍ਰੈਂਡ ਮਲਟੀਪੈਰਿਟੀ, ਕੀ ਪੇਸ਼ੈਂਟ ਦੇ ਬਹੁਤ ਸਾਰੇ ਪ੍ਰੈਗਨੈਂਸੀ ਹੋਈਆਂ ਹੋਣ, ਮੋਰ ਦੈਨ 4 or 5। ਸੋ ਰਾਈਟ ਆਂਸਰ ਕੀ ਹੈ? ਆਪਸ਼ਨ ਬੀ, ਕਲਾਇੰਟ ਵਿਦ ਮਲਟੀਪਲ ਮਿਸਕੈਰੇजेस। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਅ ਕਲਾਇੰਟ ਇਜ਼ ਐਡਮਿਟਡ ਵਿਦ ਹੈਸ਼ੀਮੋਟੋ ਥਾਇਰੋਇਡਾਈਟਿਸ। ਦ ਨਰਸ ਇਜ਼ ਅਵੇਅਰ that he will exhibit sign of which of the following? Option A, hyperparathyroidism. Option B, hyperthyroidism. Option C, hypoparathyroidism. Option D, hypothyroidism. ਹੈਸ਼ੀਮੋਟੋ ਡਿਜ਼ੀਜ਼ ਹੈ ਕਿ ਹੈਸ਼ੀਮੋਟੋ ਡਿਜ਼ੀਜ਼ ਨੂੰ ਆਪਾਂ ਕ੍ਰੋਨਿਕ ਲਿੰਫੈਟਿਕ ਥਾਇਰੋਇਡਾਈਟਿਸ ਵੀ ਕਹਿੰਦੇ ਹਾਂ, ਕਿ ਜਿਸ ਚ ਕੀ ਹੁੰਦਾ ਕੀ ਹੈ ਕਿ ਰਿਐਕਸ਼ਨ ਆਫ ਇਮਿਊਨ ਸਿਸਟਮ ਟੂ ਥਾਇਰੋਇਡ ਗਲੈਂਡ। ਜੋ ਪੇਸ਼ੈਂਟ ਦਾ ਆਪਣਾ ਇਮਿਊਨ ਸਿਸਟਮ ਹੈ ਉਹ ਥਾਇਰੋਇਡ ਗਲੈਂਡ ਨੂੰ ਡੈਮੇਜ ਕਰ ਰਿਹਾ ਹੈ। ਸੋ ਉਸ ਨਾਲ ਕੀ ਹੋਏਗਾ? ਇਨੀਸ਼ੀਅਲ ਸਟੇजेस ਜਦੋਂ ਸਟਾਰਟਿੰਗ ਹੁੰਦੀ ਹੈ ਉਸ ਸਟੇਜ ਕੀ ਹੋਏਗਾ ਕਿ ਜਦੋਂ ਇਮਿਊਨ ਸਿਸਟਮ ਥਾਇਰੋਇਡ ਗਲੈਂਡ ਨੂੰ ਅਟੈਕ ਕਰੇਗਾ ਤਾਂ ਹਾਈਪਰਥਾਇਰੋਇਡਿਜ਼ਮ ਹੋਏਗਾ। ਬਟ ਲੇਟਰ ਔਨ ਜਿਵੇਂ ਜਿਵੇਂ ਥਾਇਰੋਇਡ ਗਲੈਂਡ ਸਾਡਾ ਪੂਰਾ ਡੈਮੇਜ ਹੋ ਜਾਏਗਾ, ਜਿਸ ਨਾਲ ਕੀ ਹੋਏਗਾ ਕਿ ਪੇਸ਼ੈਂਟ ਨੂੰ ਹਾਈਪੋਥਾਇਰੋਇਡਿਜ਼ਮ ਹੋਏਗਾ। ਸੋ ਇਨੀਸ਼ੀਅਲ ਸਟੇਜ 'ਚ ਪੇਸ਼ੈਂਟ ਡਾਇਗਨੋਜ਼ ਹੀ ਨਹੀਂ ਹੁੰਦਾ ਕਿ ਉਸਨੂੰ ਹੈਸ਼ੀਮੋਟੋ ਡਿਜ਼ੀਜ਼ ਹੈ, ਬਟ ਲੇਟਰ ਸਟੇਜ 'ਚ ਡਾਇਗਨੋਜ਼ ਹੁੰਦਾ ਹੈ ਤੇ ਉਸ ਟਾਈਮ ਤੇ ਪੇਸ਼ੈਂਟ ਨੂੰ ਹਾਈਪੋਥਾਇਰੋਇਡਿਜ਼ਮ ਦੀ ਦਿੱਕਤ ਹੋਏਗੀ, ਹਾਈਪੋ। ਤੋਂ T3 ਤੇ T4 ਦਾ ਲੈਵਲ ਡਿਕਰੀਜ਼ ਹੋਏਗਾ। ਚੱਲਦੇ ਆਪਾਂ ਕੁਐਸਚਨ ਦੀ ਆਪਸ਼ਨ ਦੀ ਤਰਫ। ਸਾਡੀਆਂ A ਤੇ E ਆਪਸ਼ਨ 'ਚ ਕੀ ਹੈ ਕਿ ਹਾਈਪਰ ਪੈਰਾਥਾਇਰੋਇਡਿਜ਼ਮ ਐਂਡ ਹਾਈਪੋਪੈਰਾਥਾਇਰੋਇਡਿਜ਼ਮ। ਸੋ ਇਹ ਪੈਰਾਥਾਇਰੋਇਡ ਗਲੈਂਡ ਦਾ ਡਿਸਆਰਡਰ ਹੈ, ਇਹ ਦੋਨੋਂ ਤਾਂ ਪਹਿਲਾਂ ਹੀ ਐਲੀਮੀਨੇਟ ਹੋ ਗਈਆਂ। ਤੇ ਆਪਸ਼ਨ B ਕੀ ਹੈ? ਹਾਈਪਰਥਾਇਰੋਇਡਿਜ਼ਮ। ਸਾਨੂੰ ਪਤਾ ਹੈ ਕਿ ਜਿਹੜਾ ਇਨੀਸ਼ੀਅਲ ਸਟੇਜਸ ਹੈ ਉਸ ਵਿੱਚ ਹਾਈਪਰਥਾਇਰੋਇਡਿਜ਼ਮ ਹੁੰਦਾ ਹੈ, ਬਟ ਪੇਸ਼ੈਂਟ ਹੈ ਜੋ ਐਡਮਿਟਡ ਹੈ ਹਸਪੀਟਲ ਵਿੱਚ ਤੇ ਉਸਨੂੰ ਹੈਸ਼ੀਮੋਟੋ ਡਿਜ਼ੀਜ਼ ਡਾਇਗਨੋਜ਼ ਵੀ ਹੋ ਗਈ ਹੈ। ਸੋ ਸਾਨੂੰ ਪਤਾ ਹੈ ਕਿ ਇਹ ਲੇਟਰ ਸਟੇਜ ਹੈ, ਠੀਕ ਹੈ, ਤੇ ਲੇਟਰ ਸਟੇਜ 'ਚ ਹੀ ਡਾਇਗਨੋਜ਼ ਹੁੰਦਾ ਹੈ। ਸੋ ਪੇਸ਼ੈਂਟ ਨੂੰ ਕਿਹੜੇ ਸਿੰਪਟਮ ਹੋਣਗੇ? ਹਾਈਪੋਥਾਇਰੋਇਡਿਜ਼ਮ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਆਪਸ਼ਨ ਡੀ ਇਜ਼ ਰਾਈਟ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਦ ਨਰਸ ਸ਼ੁਡ ਇੰਪਲੀਮੈਂਟ what precaution for a client who has scabies? Option A, contact precautions. Option B, no precautions. Option C, standard precaution and contact precaution. Option D, standard precautions only. Scabies ਕੀ ਹੈ? Scabies ਇੱਕ ਇੰਟੀਗੂਮੈਂਟਰੀ ਸਿਸਟਮ ਦਾ ਡਿਸਆਰਡਰ ਹੈ, ਜਿਸ ਵਿੱਚ ਕੀ ਹੋਏਗਾ ਕਿ ਪੇਸ਼ੈਂਟ ਨੂੰ ਪ੍ਰੂਰਾਈਟਿਸ ਹੋਏਗਾ ਤੇ ਵੋਰੋਸ ਬਾਈਟ ਲਾਈਨਸ ਹੋਣਗੀਆਂ, ਠੀਕ ਹੈ। ਇਹ ਇਹਦਾ ਸਪੈਸੀਫਿਕ ਕਲੀਨਿਕਲ ਫੀਚਰ ਹੈ ਜੋ ਕਿ ਮੈਂ ਪ੍ਰੀਵੀਅਸ ਵੀਡੀਓ ਵਿੱਚ ਦੱਸਿਆ ਹੈ। ਸੋ ਤੁਸੀਂ ਇਸ ਨੂੰ ਉਸ ਵੀਡੀਓ 'ਚ ਜਾ ਕੇ ਦੇਖ ਸਕਦੇ ਹੋ। ਤੇ ਸਕੇਬੀਜ਼ ਟ੍ਰਾਂਸਫਰ ਕਿਵੇਂ ਹੁੰਦਾ ਹੈ? ਥਰੂ ਡਾਇਰੈਕਟ ਕੰਟੈਕਟ ਵਿਦ ਦ ਲੀਜਨ ਔਰ ਲਾਈਨਸ। ਸੋ ਆਪਾਂ ਕਿਹੜੇ ਪ੍ਰੀਕਾਸ਼ਨਸ ਲੈਣੇ ਆ ਸਕੇਬੀਜ਼ ਵਿੱਚ? ਕੰਟੈਕਟ ਪ੍ਰੀਕਾਸ਼ਨਸ ਓਨਲੀ, ਠੀਕ ਹੈ। ਸਟੈਂਡਰਡ ਪ੍ਰੀਕਾਸ਼ਨਸ ਇਹਦਾ ਆਂਸਰ ਨਹੀਂ ਹੋਏਗਾ, ਕਿਉਂਕਿ ਸਟੈਂਡਰਡ ਪ੍ਰੀਕਾਸ਼ਨਸ ਸਾਰਾ ਗਲਵਸ, ਮਾਸਕ, ਕੈਪ ਸਾਰਾ ਆਏਗਾ, ਬਟ ਇੰਨੇ ਪ੍ਰੀਕਾਸ਼ਨਸ ਦੀ ਜ਼ਰੂਰਤ ਨਹੀਂ ਹੁੰਦੀ ਹੈ। ਸਕੇਬੀਜ਼ ਆਪਾਂ ਨੂੰ ਪਤਾ ਹੈ ਡਾਇਰੈਕਟ ਕੰਟੈਕਟ ਨਾਲ ਫੈਲਦਾ ਹੈ। ਸੋ ਆਪਸ਼ਨ ਏ ਇਜ਼ ਰਾਈਟ ਆਂਸਰ, ਕੰਟੈਕਟ ਪ੍ਰੀਕਾਸ਼ਨਸ ਓਨਲੀ। ਇੱਕ ਹੋਰ ਹੈ ਇਸ ਵਿੱਚ, ਸਕੇਬੀਜ਼ ਵਿੱਚ ਕਿਹੜਾ ਲੋਸ਼ਨ ਆਪਾਂ ਯੂਜ਼ ਕਰਦੇ ਹਾਂ? ਪਰਮਿਥਲਿਨ ਲੋਸ਼ਨ ਯੂਜ਼ ਹੁੰਦਾ ਹੈ, ਜਾਂ ਪਰਮਿਥਲਿਨ ਲੋਸ਼ਨ ਜਾਂ permethrin ointment। ਚੱਲਦੇ ਆਪਾਂ ਨੈਕਸਟ ਕੁਐਸਚਨ ਦੇ। The nurse is planning the care of client diagnosed with acute gastroenteritis. Which nursing problem is priority? Option A, impaired body image. Option B, self-care deficit. Option C, fluid and electrolyte imbalance. Option D, imbalanced nutrition. So gastroenteritis ਵਿੱਚ ਹੁੰਦਾ ਕੀ ਹੈ? nausea, vomiting, diarrhea, ਠੀਕ ਹੈ। ਜਿਹੜਾ ਵੀ acute gastroenteritis ਦਾ ਪੇਸ਼ੈਂਟ ਹੋਏਗਾ ਉਸ ਵਿੱਚ ਕਿਹੜੇ ਸਿੰਪਟਮ ਹੋਣਗੇ? ਜਿਵੇਂ nausea, vomiting, diarrhea, ਜਿਸ ਨਾਲ ਕੀ ਹੋਏਗਾ
ਸਾਡਾ ਬੋਡੀ ਚੋਂ ਫਲੂਇਡ ਲੋਸ ਹੋਏਗਾ। ਸੋ ਸਾਡੀ ਸੀ ਆਪਸ਼ਨ ਇਜ਼ ਰਾਈਟ ਆਂਸਰ। ਫਲੂਇਡ ਐਂਡ ਇਲੈਕਟ੍ਰੋਲਾਈਟ ਇੰਬੈਲੈਂਸ ਇਜ਼ ਪ੍ਰਾਇੋਰਟੀ। ਹੁਣ ਚੱਲਦੇ ਆਪਾਂ नेक्स्ट क्वेश्चन दे। प्रोटीन कैटाबॉलिज्म कैन यील्ड विच ऑफ द फॉलोइंग? ऑप्शन ए कॉम्प्लेक्स कार्बोहाइड्रेट, ऑप्शन बी ग्लूकोज, ऑप्शन सी फ्री फैटी एसिड, ऑप्शन डी ओमेगा 3 फैटी एसिड। प्रोटीन दी कैटाबॉलिज्म है। कैटाबॉलिज्म मींस जदों प्रोटीन ब्रेक डाउन हुंदी है तां उहनां चों की निकलदा है। सानू पता है कि जदों कार्बोहाइड्रेट दी कैटाबॉलिज्म हुंदी है तां एंड प्रोडक्ट शुगर हुंदा है। प्रोटीन दी कैटाबॉलिज्म दा एंड प्रोडक्ट हुंदा है अमीनो एसिड एंड फैट दी कैटाबॉलिज्म दा एंड प्रोडक्ट हुंदा है फैटी एसिड। कार्बोहाइड्रेट, प्रोटीन एंड फैट ਤਿੰਨਾਂ ਦੀ कैटाबॉलिज्म ਵਿੱਚ एंड प्रोडक्ट ग्लूकोज ਨਿਕਲਦਾ ਹੈ। ਸੋ ਆਪਾਂ ਇਸ ਦੀ ਪ੍ਰੋਪਰ कैटाबॉलिज्म ਦੇ ਸਟੈਪਸ ਦੇਖਦੇ ਹਾਂ। ਜਦੋਂ ਵੀ ਪ੍ਰੋਟੀਨ ਬੋਡੀ 'ਚ ਜਾਏਗਾ, ਜਿਹੜਾ ਪੈਪਸਿਨ ਹੈ ਸਟਮਕ 'ਚ ਉਸ ਨੂੰ ਕਨਵਰਟ ਕਰੇਗਾ ਅਮੀਨੋ ਐਸਿਡ 'ਚ। ਜਦੋਂ ਅਮੀਨੋ ਐਸਿਡ ਦੀ कैटाबॉलिज्म ਹੋਏਗੀ ਤਾਂ ਦੋ ਤਰ੍ਹਾਂ ਦੇ ਪ੍ਰੋਡਕਟ ਨਿਕਲਦੇ ਨੇ, ਇੱਕ ਅਲਫਾ ਕੀਟੋ ਐਸਿਡ, ਦੂਸਰਾ ਹੁੰਦਾ ਹੈ ਅਮੋਨੀਆ। ਜੋ ਅਮੋਨੀਆ ਹੁੰਦਾ ਹੈ ਉਹ यूरिन ਦੇ ਥਰੂ ਐਕਸਕ੍ਰੀਸ਼ਨ ਹੋ ਜਾਂਦੀ ਹੈ। ਜਿਹੜਾ ਅਲਫਾ ਕੀਟੋ ਐਸਿਡ ਹੈ ਉਸ ਤੋਂ ਬਾਅਦ ਸਟਾਰਟ ਹੁੰਦਾ ਹੈ ਸਾਡਾ ਕ੍ਰੈਬਸ ਸਾਈਕਲ। ਸੋ ਕ੍ਰੈਬਸ ਸਾਈਕਲ ਅਲਟੀਮੇਟਲੀ ਬੋਡੀ ਨੂੰ ਕੀ ਚਾਹੀਦਾ ਹੈ? એનર્ਜੀ ਚਾਹੀਦੀ ਹੈ। ਸੋ ਕ੍ਰੈਬਸ ਸਾਈਕਲ ਵਿੱਚ એનર્ਜੀ ਪ੍ਰੋਡਿਊਸ ਹੋਏਗੀ ਜਿਸ 'ਚ ਤਿੰਨ ਤਰ੍ਹਾਂ ਦੇ ਪ੍ਰੋਡਕਟ ਨਿਕਲਦੇ ਹਨ, ਗਲੂਕੋਜ਼, ਕੀਟੋਨ ਬੋਡੀਜ਼ ਐਂਡ ਕਾਰਬੋਹਾਈਡਰੇਟ, ਵਾਟਰ ਐਂਡ એનર્ਜੀ। ਮੀਨਸ ਪ੍ਰੋਟੀਨ ਦੀ कैटाबॉलिज्म ਦਾ ਐਂਡ ਪ੍ਰੋਡਕਟ ਵੀ ਗਲੂਕੋਜ਼, ਕੀਟੋਨ ਐਂਡ ਕਾਰਬੋਹਾਈਡਰੇਟਸ, ਕਾਰਬਨ ਡਾਈਆਕਸਾਈਡ ਹੋਏਗਾ। ਸੋ ਸਾਡੀ ਰਾਈਟ ਆਂਸਰ ਕੀ ਹੈ? ਆਪਸ਼ਨ ਬੀ ਗਲੂਕੋਜ਼। प्रोटीन दी कैटाबॉलिज्म ਦਾ एंड प्रोडक्ट है ग्लूकोज। कार्बोहाइड्रेट दी कैटाबॉलिज्म ਦਾ एंड प्रोडक्ट भी की है ग्लूकोज। फ्री फैटी एसिड ते ओमेगा 3 फैटी एसिड किस दा एंड प्रोडक्ट है? फैट दा। ठीक है, फैट दी कैटाबॉलिज्म ਦਾ एंड प्रोडक्ट है। चलते हैं ਆਪਾਂ नेक्स्ट क्वेश्चन ते। While reviewing the causes of gastroesophageal reflux disease with the patient, which area of GI tract should the nurse identify as a cause of reduced pressure associated with GERD? Option A pressure in the stomach, option B lower esophageal sphincter, ऑप्शन सी पाइलोरिक स्फिंक्टर, ऑप्शन डी ड्यूडिनल प्रेशर। GERD की है गैस्ट्रो ईसोफेगियल रिफ्लक्स डिसीज। तो ਜਿਹੜੇ ਵੀ ਸਟਮਕ ਚੋਂ ਕੰਟੈਂਟ ਆ ਉਹ ਵਾਪਸ ਈਸੋਫੇਗਸ 'ਚ ਆ ਰਹੇ ਆ। ਸਾਨੂੰ ਪਤਾ ਹੈ ਜੋ ਸਟਮਕ ਦੀ ਐਨਾਟਮੀ ਤੇ ਈਸੋਫੇਗਸ ਦੀ, ਜਦੋਂ ਵੀ ਈਸੋਫੇਗਸ ਸਟਮਕ 'ਚ ਕਨੈਕਟ ਹੁੰਦਾ ਹੈ ਤਾਂ ਉੱਥੇ ਇੱਕ ਸਪਿੰਟਰ ਪ੍ਰੈਜ਼ੈਂਟ ਹੁੰਦਾ ਹੈ ਜਿਸ ਨੂੰ ਆਪਾਂ ਕੀ ਬੋਲਦੇ ਆ? ਲੋਅਰ ਈਸੋਫੇਗੀਅਲ ਸਪਿੰਟਰ। ਤੇ ਜਦੋਂ ਲਾਸਟ ਪਾਰਟ ਹੈ ਸਟਮਕ ਦਾ ਪਾਇਲੋਰਿਸ ਜਦੋਂ ਡਿਊਡੀਨਮ 'ਚ ਕਨੈਕਟ ਹੁੰਦਾ ਹੈ ਤਾਂ ਉੱਥੇ ਕਿਹੜਾ ਸਪਿੰਟਰ ਹੁੰਦਾ ਹੈ? ਪਾਇਲੋਰਿਕ ਸਪਿੰਟਰ। ਸੋ ਜਿਹੜਾ ਅਪਰ ਪਾਰਟ ਹੈ ਈਸੋਫੇਗਸ ਜਦੋਂ ਸਟਮਕ ਨਾਲ ਕਨੈਕਟ ਹੁੰਦਾ ਉੱਥੇ ਲੋਅਰ ਈਸੋਫੇਗੀਅਲ ਸਪਿੰਟਰ ਹੁੰਦਾ ਜਿਸ ਦਾ ਕੰਮ ਕੀ ਹੁੰਦਾ ਕਿ ਉਹ ਜਿਹੜੇ ਸਟਮਕ 'ਚ ਕੰਟੈਂਟ ਹੈ ਉਹਨਾਂ ਨੂੰ ਵਾਪਸ ਜਾਣ ਤੋਂ ਰੋਕਦਾ ਈਸੋਫੇਗਸ। ਸਾਡਾ ਰਾਈਟ ਆਂਸਰ ਕਿਹੜਾ ਹੋਏਗਾ ਕਿ ਜਦੋਂ ਲੋਅਰ ਈਸੋਫੇਗੀਅਲ ਸਪਿੰਟਰ ਦਾ ਪ੍ਰੈਸ਼ਰ ਘੱਟ ਹੋਏਗਾ ਤਾਂ GERD ਦੀ ਦਿੱਕਤ ਹੋਏਗੀ। ਸੋ ਆਪਸ਼ਨ ਬੀ ਇਜ਼ ਰਾਈਟ ਆਂਸਰ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਪੇਸ਼ੈਂਟ ਇਜ਼ ਐਕਸਪੀਰੀਐਂਸਿੰਗ ਕਨਫਿਊਜ਼ਨ ਇਨ ਦ ਇਮੀਡੀਏਟ ਪੋਸਟ ਆਪਰੇਟਿਵ ਪੀਰੀਅਡ, ਵਿਚ ਆਫ ਦ ਫੋਲੋਇੰਗ ਅਸੈਸਮੈਂਟ ਇਜ਼ ਐਸੈਂਸ਼ੀਅਲ ਟੂ ਡਿਟਰਮਾਈਨ ਦ ਰੀਜ਼ਨ ਫॉर ਕਨਫਿਊਜ਼ਨ? ਆਪਸ਼ਨ A एयरवे स्टेटस, ऑप्शन बी कार्डियक रिदम, ऑप्शन सी लेवल ऑफ कॉन्शियसनेस, ऑप्शन डी लेवल ऑफ एंजाइटी। सो सानू इन्फॉर्मेशन दी है कि पेशेंट कंफ्यूज्ड है, इमीडिएट पोस्ट ऑपरेटिव पीरियड है ते ਆਪਾਂ ਰੀਜ਼ਨ ਦੇਖਣਾ ਹੈ ਕਿ ਕਨਫਿਊਜ਼ਨ ਦਾ ਰੀਜ਼ਨ ਕਿਹੜਾ ਹੈ। ਸੋ ਆਪਾਂ ਇਹਨਾਂ ਵਿੱਚ ਕਿਹੜਾ ਸਟੇਟਸ ਦੇਖਾਂਗੇ। ਸੋ ਸਾਨੂੰ ਪਤਾ ਹੈ ਜਦੋਂ ਵੀ ਇਮੀਡੀਏਟ ਪੋਸਟ ਆਪਰੇਟਿਵ ਪੀਰੀਅਡ ਹੋਏਗਾ ਉਸ ਟਾਈਮ ਤੇ ਜੋ ਪੇਸ਼ੈਂਟ ਨੂੰ ਐਨੈਸਥੀਸੀਆ ਮਿਲਿਆ ਹੋਏਗਾ ਉਸ ਦਾ ਇਫੈਕਟ ਹੋਏਗਾ ਪੇਸ਼ੈਂਟ ਤੇ। ਉਸ ਨਾਲ ਕੀ ਹੋਏਗਾ? ਪੇਸ਼ੈਂਟ ਦਾ 에ਅਰਵੇ ਸਟੇਟਸ ਹੈ ਉਹ ਪ੍ਰੋਪਰਲੀ ਮੇਨਟੇਨ ਨਹੀਂ ਹੋਏਗਾ। ਸੋ ਕੁਐਸਚਨ ਵਿੱਚ ਕੀ ਕਿਹਾ ਗਿਆ ਕਿ ਇਮੀਡੀਏਟ ਪੋਸਟ ਆਪਰੇਟਿਵ ਪੀਰੀਅਡ ਵਿੱਚ ਰੀਜ਼ਨ ਆਫ ਕਨਫਿਊਜ਼ਨ ਦੱਸਣਾ ਹੈ। ਸਾਨੂੰ ਪਤਾ ਹੈ ਕਿ ਐਨੈਸਥੀਸੀਆ ਦੇ ਕਾਰਨ ਪੇਸ਼ੈਂਟ ਦਾ 에ਅਰਵੇ ਹੈ ਜੋ ਪ੍ਰੋਪਰਲੀ ਕੰਮ ਨਹੀਂ ਕਰੇਗਾ ਜਿਸ ਦੇ ਕਾਰਨ ਕੀ ਹੋਏਗਾ ਕਿ ਜੋ ਸੈਂਟਰਲ ਨਰਵਸ ਸਿਸਟਮ ਹੈ ਉਸ ਨੂੰ ਆਕਸੀਜਨ ਸਪਲਾਈ ਨਹੀਂ ਮਿਲੇਗੀ। ਆਕਸੀਜਨ ਸਪਲਾਈ ਨਹੀਂ ਮਿਲੇਗੀ ਜਿਸ ਦੇ ਕਾਰਨ ਪੇਸ਼ੈਂਟ ਨੂੰ ਕਨਫਿਊਜ਼ਨ ਦਾ ਸਿੰਪਟਮ ਆ ਰਿਹਾ ਹੈ। ਸੋ ਸਾਡਾ ਰਾਈਟ ਆਂਸਰ ਕੀ ਹੋਏਗਾ? ਅਸੀਂ 에ਅਰਵੇ ਸਟੇਟਸ ਚੈੱਕ ਕਰਾਂਗੇ। ਆਪਸ਼ਨ A ਇਜ਼ ਦਾ ਰਾਈਟ ਆਂਸਰ। ਕਾਰਡੀਅਕ ਰਿਦਮ ਇਸ ਦੇ ਰਿਲੇਟਡ ਨਹੀਂ ਹੈ। ਲੈਵਲ ਆਫ ਕੌਨਸ਼ੀਅਸਨੈਸ ਨਾਲ ਸਾਨੂੰ ਪਤਾ ਲੱਗੇਗਾ ਕਿ ਪੇਸ਼ੈਂਟ ਦਾ ਕੌਨਸ਼ੀਅਸ ਲੈਵਲ ਕੀ ਹੈ। ਮੀਨਸ ਕਿ ਜਿਵੇਂ ਕਨਫਿਊਜ਼ਨ ਹੈ ਤਾਂ V4 ਹੋਏਗਾ। EVM ਨਾਲ ਆਪਾਂ ਦੇਖਦੇ ਹਾਂ, ਉਹ ਤੁਸੀਂ ਪ੍ਰੀਵੀਅਸ ਵੀਡੀਓ ਵਿੱਚ ਦੇਖ ਸਕਦੇ ਹੋ। ਆਪਾਂ ਗਲਾਸਗੋ ਕੋਮਾ ਸਕੇਲ ਡਿਸਕਸ ਕੀਤਾ ਹੋਇਆ ਹੈ। ਸੋ V4 ਹੋਏਗਾ। V4 ਜਦੋਂ ਵੀ ਤੁਸੀਂ ਪੇਸ਼ੈਂਟ ਨੂੰ ਪੁੱਛ ਰਹੇ ਹੋ ਪੇਸ਼ੈਂਟ ਥੋੜਾ ਕਨਫਿਊਜ਼ਡ ਆਂਸਰ ਕਰ ਰਿਹਾ ਹੈ ਬਟ ਸਾਨੂੰ ਕੁਐਸਚਨ ਵਿੱਚ ਪੁੱਛਿਆ ਹੈ ਕਿ ਰੀਜ਼ਨ ਆਫ ਕਨਫਿਊਜ਼ਨ। ਸੋ ਇਹਦੇ ਨਾਲ ਸਾਨੂੰ ਪੇਸ਼ੈਂਟ ਦਾ ਲੈਵਲ ਪਤਾ ਲੱਗੇਗਾ ਕਿ ਪੇਸ਼ੈਂਟ ਨੂੰ ਕਨਫਿਊਜ਼ਨ ਹੈ, ਡਿਲੀਰੀਅਮ ਹੈ, ਕੋਮਾ ਹੈ ਬਟ ਰੀਜ਼ਨ ਆਫ ਕਨਫਿਊਜ਼ਨ ਨਹੀਂ ਪਤਾ ਲੱਗਿਆ। ਸੋ ਸਾਡੀ ਇਹ ਵੀ ਆਪਸ਼ਨ ਰੋਂਗ ਹੋ ਗਈ। ਸਾਡੀ ਰਾਈਟ ਆਪਸ਼ਨ ਹੈ 에ਅਰਵੇ ਸਟੇਟਸ। ਆਪਸ਼ਨ A ਇਜ਼ ਰਾਈਟ ਆਂਸਰ। ਹੁਣ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਦੀ ਤਰਫ। ਦ ਵਾਈਫ ਆਫ ਪੇਸ਼ੈਂਟ ਵਿਦ ਪੈਰਾਨੋਇਡ ਪਰਸਨੈਲਿਟੀ disorder ask the nurse why the patient keep blaming her for plotting against him. Which of the following appropriate response by the nurse? Option A patient with paranoid personality disorder suspect
other motives. Option B, a patient with paranoid personality disorder prefers solitary activity. Option C, a patient with paranoid personality disorder lack interest or hobbies. Option D, a patient with paranoid personality disorder is emotionally detached. So ਸਾਨੂੰ ਪਤਾ ਹੈ ਕਿ ਜੋ paranoid personality disorder ਉਸ ਵਿੱਚ patient ਨੂੰ ਕੀ ਹੁੰਦਾ ਹੈ, suspiciousness ਹੁੰਦੀ ਹੈ. ਸੋ ਸਾਡਾ ਰਾਈਟ ਆਨਸਰ ਕੀ ਹੋਏਗਾ? Option A, the patient with paranoid personality disorder suspect others motives. So patient ਚ suspiciousness ਜ਼ਿਆਦਾ ਹੋਏਗੀ. ਹੁਣ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਤੇ. The following are the modes of horizontal transmission of disease except option A, contact, option B, vector, option C, common vehicle, option D, genetic. ਸਾਨੂੰ ਪਤਾ ਹੈ ਕਿ ਦੋ ਤਰ੍ਹਾਂ ਦੇ modes of transmission ਹੁੰਦੇ ਨੇ, ਇੱਕ vertical ਹੁੰਦਾ ਹੈ, ਇੱਕ horizontal ਹੁੰਦਾ ਹੈ. Verticals means direct mother to the offspring, ਜਿਵੇਂ ਕਿ HIV ਜਾਂ rubella ਹੋ ਸਕਦਾ ਹੈ, ਤੇ horizontal ਕੀ ਹੈ ਕਿ through direct environment or vector infection, ਜਿਸ ਵਿੱਚ ਕੀ ਆਂਦਾ ਜਿਵੇਂ ਡੇਂਗੂ, HIV, HCV, ਇਨਫਲੂਐਂਜ਼ਾ. ਸੋ ਸਾਡਾ ਰਾਈਟ ਆਨਸਰ ਕੀ ਹੋਏਗਾ? ਕਿਉਂਕਿ ਸਾਨੂੰ ਕੁਐਸਚਨ ਵਿੱਚ ਪੁੱਛਿਆ ਗਿਆ ਕਿ ਇਹਨਾਂ ਵਿੱਚੋਂ horizontal transmission ਕਿਸ ਦੇ ਥਰੂ ਨਹੀਂ ਹੁੰਦੀ. ਸੋ ਆਪਸ਼ਨ ਡੀ ਇਜ਼ ਰਾਈਟ ਆਨਸਰ. ਜੈਨੇਟਿਕ ਕੀ ਹੈ? ਵਰਟੀਕਲ ਟ੍ਰਾਂਸਮਿਸ਼ਨ ਦੀ ਐਗਜ਼ਾਮਪਲ ਹੈ. ਸੋ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ. ਵਿਚ ਐਥੀਕਲ ਪ੍ਰਿੰਸੀਪਲ ਇਜ਼ ਮੋਸਟ ਐਪਲੀਕੇਬਲ ਟੂ ਹਾਈਲੀ ਪਬਲਿਸਾਈਜ਼ਡ ਇਸ਼ੂਜ਼ ਆਫ ਯੂਨੀਵਰਸਲ ਹੈਲਥ ਕੇਅਰ? ਆਪਸ਼ਨ ਏ, ਜਸਟਿਸ, ਆਪਸ਼ਨ ਬੀ, ਆਟੋਨੋਮੀ, ਆਪਸ਼ਨ ਸੀ, ਨੋਨ ਮਾਲਫੀਸੈਂਸ, ਆਪਸ਼ਨ ਡੀ, ਬੈਨੀਫੀਸ਼ੈਂਸ. ਸੋ ਇਹਨਾਂ ਵਿੱਚੋਂ ਕਿਹੜਾ ਐਥੀਕਲ ਪ੍ਰਿੰਸੀਪਲ ਯੂਜ਼ ਹੁੰਦਾ ਹੈ ਯੂਨੀਵਰਸਲ ਹੈਲਥ ਕੇਅਰ? ਯੂਨੀਵਰਸਲ ਮੀਨਸ ਟੂ ਆਲ. ਸੋ ਸਾਨੂੰ ਪਤਾ ਹੈ ਜਿਵੇਂ ਕਿ ਅਸੀਂ ਇਹ ਐਥੀਕਲ ਪ੍ਰਿੰਸੀਪਲ ਹੈ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਜਸਟਿਸ ਦਾ ਮੀਨਸ ਕੀ ਹੈ? ਫੇਅਰ ਔਰ ਇੰਪਾਰਸ਼ੀਅਲ ਟ੍ਰੀਟਮੈਂਟ. ਸੋ ਆਪਾਂ ਸਾਰਿਆਂ ਨੂੰ ਇੱਕ ਬਰਾਬਰ ਟ੍ਰੀਟਮੈਂਟ ਦੇਣਾ ਹੈ. ਸੋ ਰਾਈਟ ਆਨਸਰ ਇਜ਼ ਆਪਸ਼ਨ ਏ, ਜਸਟਿਸ. ਸੋ ਯੂਨੀਵਰਸਲ ਦਾ ਮੀਨਸ ਵੀ ਇਹੀ ਹੈ ਕਿ ਸਾਰਿਆਂ ਨੂੰ ਇਕੁਅਲ ਟ੍ਰੀਟਮੈਂਟ ਦੇਣਾ ਹੈ, ਇਕੁਅਲ ਡਿਸਟ੍ਰੀਬਿਊਸ਼ਨ ਕਰਨੀ ਹੈ. ਸੋ ਰਾਈਟ ਆਨਸਰ ਇਜ਼ ਆਪਸ਼ਨ ਏ. ਜਿਹੜੀਆਂ ਅਦਰ ਆਪਸ਼ਨ ਹੈ ਉਹ ਅਨਰਿਲੇਟਡ ਨੇ ਇਸ ਟੌਪਿਕ ਦੇ. ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ. A 26 weeks gestation woman is diagnosed with severe pre-eclampsia with HELLP syndrome. The nurse will assess for which of the following sign and symptom? Option A, high serum protein, option B, bloody stool, option C, low serum creatinine, option D, epigastric pain. क्वेश्चन ਵਿੱਚ ਕੀ ਇਨਫੋਰਮੇਸ਼ਨ ਦਿੱਤੀ ਹੈ ਕਿ ਪੇਸ਼ੈਂਟ ਨੂੰ ਸੀਵੀਅਰ ਪ੍ਰੀ-ਐਕਲੈਂਪਸ਼ੀਆ ਹੈ. ਜੋ ਸੀਵੀਅਰ ਪ੍ਰੀ-ਐਕਲੈਂਪਸ਼ੀਆ ਉਸਦੇ ਤਿੰਨ ਸਾਈਨ ਹੁੰਦੇ ਨੇ, ਠੀਕ ਹੈ? ਹਾਈਪਰਟੈਂਸ਼ਨ ਹੋਏਗੀ, ਪੇਸ਼ੈਂਟ ਨੂੰ ਪ੍ਰੋਟੀਨ ਯੂਰੀਆ ਹੋਏਗਾ ਤੇ ਐਡੀਮਾ ਹੋਏਗਾ. ਤੇ ਪ੍ਰੀ-ਐਕਲੈਂਪਸ਼ੀਆ ਤੇ ਐਕਲੈਂਪਸ਼ੀਆ ਚ ਕੀ ਡਿਫਰੈਂਸ ਹੈ? ਐਕਲੈਂਪਸ਼ੀਆ ਚ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਸੀਜ਼ਰ ਵੀ ਐਡ ਹੋਣਗੇ. ਹੋਰ ਕੀ ਹੈ? ਹੈਲਪ ਸਿੰਡਰੋਮ ਦੀ ਡੈਫੀਨੇਸ਼ਨ ਆਪਾਂ ਦੇਖੀ ਸੀ. H ਸਟੈਂਡ ਫॉर hemolysis, E ਸਟੈਂਡ ਫॉर E and L, elevated liver enzyme and low platelet count. ਸੋ ਇਹਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਨੇ, hemolysis, elevated liver enzyme, low platelet count. ਸੋ ਇਹਨਾਂ ਵਿੱਚੋਂ ਕਿਹੜਾ ਐਡੀਸ਼ਨਲ ਸਾਈਨ ਇਹਦੇ ਨਾਲ ਹੋਏਗਾ? ਹਾਈ ਸੀਰਮ ਪ੍ਰੋਟੀਨ. ਸੋ ਸਾਨੂੰ ਪਤਾ ਹੈ ਕਿ ਪ੍ਰੀ-ਐਕਲੈਂਪਸ਼ੀਆ ਚ ਪ੍ਰੋਟੀਨ ਦਾ ਲੈਵਲ ਘੱਟ ਹੋਏਗਾ ਕਿਉਂਕਿ ਪ੍ਰੋਟੀਨ यूरिन च स्क्रीट हो रहा है ते प्रोटीन दा लेवल बॉडी विच रिड्यूस होएगा. सो ए ऑप्शन रॉन्ग हो गई. साडी बी ऑप्शन की है? ब्लडी स्टूल्स. जिवें कि सानू पता है कि हेल्प सिंड्रोम विच की होएगा? लो प्लेटलेट काउंट होणगे जिस दे कारण पेशेंट नू ब्लीडिंग दा रिस्क होएगा ते ब्लडी स्टूल इज द राइट आंसर. ऑप्शन बी इज राइट आंसर. ते नेक्स्ट की है? लो सीरम क्रिएटिनिन. सो सीरम क्रिएटिनिन इस टॉपिक दे अनरिलेटेड है ते एपिगैस्ट्रिक पेन भी इस टॉपिक दे अनरिलेटेड है. सो साडा राइट आंसर है ऑप्शन बी, ब्लडी स्टूल. सो ए सी अज दे क्वेश्चन ਜਿਹੜੇ ਕਿ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਨੇ, ਜਿਵੇਂ ਕਿ ਪੀਜੀਆਈ ਦਾ ਪੋਸਟ ਬੇਸਿਕ ਐਂਟਰੈਂਸ ਹੈ ਉਸ ਦੇ ਲਈ ਵੀ ਬਹੁਤ ਇੰਪੋਰਟੈਂਟ ਨੇ, ਤੇ ਬਾਬਾ ਫਰੀਦਕੋਟ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਜਿਹੜੇ ਸਟਾਫ ਨਰਸ ਦੀ ਵੈਕੈਂਸੀ ਹੈ ਉਸ ਦੇ ਲਈ ਵੀ ਇੰਪੋਰਟੈਂਟ ਨੇ. ਸੋ ਤੁਸੀਂ ਸਾਰਿਆਂ ਨੇ ਇਹ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰੋ. ਥੈਂਕ ਯੂ.